पहला अपना दोनों में की सीगा x वाज सपोज टू बी a sin ओमेगा t एंड दे प्लस ਉਸ ਤੋਂ ਬਾਅਦ ਕੀ ਸੀਗਾ y b sin ओमेगा t plus 5 ਦਿੱਤਾ ਹੋਇਆ ਸੀਗਾ। ਲੇਕਿਨ ਹੁਣ ਇੱਥੇ ਆਪਾਂ ਥੋੜਾ ਜਿਹਾ ਚੇਂਜ ਕਰ ਰਹੇ ਹਾਂ। ਇੱਥੇ ਆਪਣੇ ਕੋਲ ਕੀ ਆ ਗਿਆ ਬੇਟਾ, ਆਪਣੇ ਕੋਲ ਜਿਹੜਾ ਸਿੰਪਲ ਹਾਰਮੋਨਿਕ ਮੋਸ਼ਨ ਵਿਦ ਡਿਫਰੈਂਟ ਟਾਈਮ ਪੀਰੀਅਡ ਆ ਗਿਆ। ਇੱਕ ਨੂੰ ਆਪਾਂ 1:2 ਦਾ ਮਤਲਬ ਕੀ ਹੋਏਗਾ, ਅਗਰ ਇੱਕ ਦੀ ਫ੍ਰੀਕੁਐਂਸੀ ओमेगा ਹੈ ਤਾਂ ਸੈਕੰਡ ਦੀ ਫ੍ਰੀਕੁਐਂਸੀ ਨੂੰ ਆਪਾਂ 2 ओमेगा ਬੋਲ ਦਵਾਂਗੇ। ਠੀਕ ਹੈ ਜੀ। सो इस करके अपने को आएगा x इज इक्वल टू a sin 2 ओमेगा t plus 5 बिकॉज आप फेज डिफरेंस भी पाना है, इस करके 2 ओमेगा t ਦੇ ਨਾਲ 5 ਪਾ ਦਿੱਤਾ एंड y इज इक्वल टू b sin of ओमेगा t ਦੇ ਕੋਰਸਪੋਂਡਿੰਗ ਆਪਾਂ ਰਿਜ਼ਲਟ ਦੇ ਦਿੱਤਾ। ठीक है बेटा। सो इस ਦੇ ਅਕੋਰਡਿੰਗ ਆਪਾਂ ਗੱਲ ਕਰਾਂਗੇ। हाँ जी बेटा। सो x इज इक्वल टू a sin 2 ओमेगा t plus 5 एंड y इज इक्वल टू b sin ओमेगा t ਦੇ ਕੋਰਸਪੋਂਡਿੰਗ ਆਪਾਂ ਇਹਨਾਂ ਨੂੰ ਲੈ ਕੇ ਚੱਲਾਂਗੇ। ਬਾਕੀ ਸਾਰੇ ਦਾ ਸਾਰਾ ਪ੍ਰੋਸੀਜਰ ਸੇਮ ਹੈ, ਬਸ ਕੀ ਹੈ दोनों सिंपल हार्मोनिक मोशन जड़े है परपेंडिकुलर है, वन विल बी along the x axis, second one should be along the y axis एंड दोनों ਦੇ ਵਿਚਕਾਰ ਕੀ ਹੈ ਬੇਟਾ 1:2 ਦਾ ਜਿਹੜਾ ਟਾਈਮ ਪੀਰੀਅਡ ਦਾ ਰੇਸ਼ੋ ਹੋਣਾ ਚਾਹੀਦਾ। ਮਤਲਬ ਇੱਕ ਦਾ ਟਾਈਮ ਪੀਰੀਅਡ ਜਿਹੜਾ 1 ਹੈ ਤਾਂ ਦੂਸਰੇ ਦਾ ਇੱਕ ਦਾ ਟਾਈਮ ਪੀਰੀਅਡ ਅਗਰ t ਹੈ ਤਾਂ ਦੂਸਰੇ ਦਾ ਟਾਈਮ ਪੀਰੀਅਡ ਕੀ ਹੈ ਬੇਟਾ 2t ਦੇ ਬਰਾਬਰ ਹੋ ਜਾਂਦਾ ਹੈ। ठीक है। तो इसका कोरस्पोंडिंग अपने को एक दे विच ओमेगा एंड दूसरे दे विच 2 ओमेगा ਦਾ ਕਨਸੈਪਟ ਆਏਗਾ। सो आई होप दी चीज़ां क्लीयर हो जाएंगी। बाकी सारा प्रोसीजर सेम है। ਇਹਦੇ ਵਿੱਚ ਆਪਾਂ ਕੀ ਕੀਤਾ ਬੇਟਾ y divided by b is equal to sin omega t ਸੈਕੰਡ ਇਕੁਏਸ਼ਨ ਨੂੰ ਲੈ ਕੇ ਚੱਲੇ। ਉਸ ਦੇ ਬਾਅਦ ਕੀ ਹੈ ਬੇਟਾ ਆਪਣੇ ਕੋਲ cos omega t ਆਪਾਂ ਇਹਦੇ ਵਿੱਚ ਕੱਢ ਲੈਣੇ ਬੇਟਾ cos omega t is equal to 1 minus sin square omega t ਦਾ ਅੰਡਰ ਦੀ ਰੂਟ ਹੋ ਗਿਆ ਬੇਟਾ। ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਰਿਜ਼ਲਟ ਆਏਗਾ ਐਂਡ ਅਲਟੀਮੇਟਲੀ ਸਕੁਅਰ ਰੂਟ 1 minus y square by b square ਦੇ ਕੋਰਸਪੋਂਡਿੰਗ ਰਿਜ਼ਲਟ ਆ ਜਾਏਗਾ ਬਿਕॉज sin square omega t है y square by b square ਦੇ ਕੋਰਸਪੋਂਡਿੰਗ ਰਿਜ਼ਲਟ ਆ ਜਾਏਗਾ। ਸੋ ਉਸ ਤੋਂ ਬਾਅਦ ਆਪਣੇ ਕੋਲ ਕੀ ਹੈ ਬੇਟਾ ਜਿਹੜੀ ਸੈਕੰਡ ਇਕੁਏਸ਼ਨ ਅਗਰ ਆਪਾਂ ਸੋਲਵ ਕਰ ਚੁੱਕੇ ਆ ਤਾਂ ਫਸਟ ਇਕੁਏਸ਼ਨ ਨੂੰ ਵੀ ਸੋਲਵ ਕੀਤਾ ਜਾਏਗਾ। ਸੋ ਫਸਟ ਇਕੁਏਸ਼ਨ ਨੂੰ ਸੋਲਵ ਕਰਾਂਗੇ ਤਾਂ 1x by a ਆ ਜਾਏਗਾ ਆਪਣੇ ਕੋਲ। ਰਾਈਟ ਹੈਂਡ ਸਾਈਡ ਦੇ ਉੱਪਰ ਕੀ ਹੈ sin of a plus b। ਸੋ sin of a plus b ਨੂੰ ਜਦੋਂ ਤੁਸੀਂ ਸੋਲਵ ਕਰਨ ਦੀ ਗੱਲ ਕਰੋਗੇ ਤਾਂ ਕੀ ਆਏਗਾ sin of a cos of b plus cos a sin b ਦੇ ਕੋਰਸਪੋਂਡਿੰਗ ਰਿਜ਼ਲਟ ਦੇਗਾ। ਸੋ sin of 2 omega t cos of phi plus cos 2 omega t and sin of phi ਦੇ ਬਰਾਬਰ ਰਿਜ਼ਲਟ ਆਏਗਾ। ਤੁਸੀਂ ਇਹਨੂੰ ਸੋਲਵ ਆਊਟ ਕਰ ਸਕਦੇ ਹੋ ਬਿਕॉज sin of 2 ਥੀਟਾ ਕੀ ਹੁੰਦਾ ਬੇਟਾ 2 sin ਥੀਟਾ and cos ਥੀਟਾ। ਇਸ ਕਰਕੇ ਆਪਾਂ ਲਿਖਾਂਗੇ 2 sin omega t and cos of omega t into cos of phi and cos of 2 omega t अपने को ऑलरेडी ਦਿੱਤਾ ਹੁੰਦਾ ਬੇਟਾ ਆਪਾਂ साइन ਦੀ ਟਰਮ ਦੇ ਵਿੱਚ ਲਿਖ ਰਹੇ ਹਾਂ। ਇਸ ਕਰਕੇ 1 minus 2 sin square omega t ਦੇ ਕੋਰਸਪੋਂਡਿੰਗ ਇਹਨੂੰ ਲਿਖਿਆ ਜਾਏਗਾ ਐਂਡ sin of phi ਆਪਣੇ ਕੋਲ ਅਲਟੀਮੇਟਲੀ ਆਲਰੇਡੀ ਹੈਗਾ। ਉਸ ਤੋਂ ਬਾਅਦ ਆਪਣੇ ਕੋਲ ਜਿਹੜੇ ਐਕਸਪ੍ਰੈਸ਼ਨ ਲਿਖੇ ਹੋਏ ਆ ਆਪਣੇ ਕੋਲ ਜਿਹੜੀ ਵੈਲਿਊਜ਼ ਦਿੱਤੀਆਂ ਹੋਈਆਂ y by b ਦੀਆਂ ਬਿਕॉज cos omega t and sin omega t ਦੀ ਜਿਹੜੀ ਵੈਲਿਊਜ਼ ਦਿੱਤੀਆਂ ਹੋਈਆਂ ਉਹ ਆਪਾਂ ਇੱਥੇ ਫਿਲ ਆਊਟ ਕਰਾਂਗੇ। x divided by a it will be equal to 2 times sin omega t ਕੀ ਹੈ ਬੇਟਾ y by b ਦੀ ਵੈਲਿਊ ਵੀ ਦਿੱਤੀ ਹੋਈ ਹੈ। cos omega t ਆਪਾਂ ਹੁਣੇ ਫਾਈਂਡ ਆਊਟ ਕਰਕੇ ਹਟੇ ਬੇਟਾ अपने को ਦਿੱਤਾ ਹੋਇਆ 1 minus y square divided by b square ਦਾ ਸਕੁਅਰ ਰੂਟ ਦਿੱਤਾ ਹੋਇਆ into cos of phi cos 2 omega t ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਚੁੱਕੇ ਹਾਂ। ਉਹਦੀ ਵੈਲਿਊ ਵਗੈਰਾ ਫਿਲ ਕਰ ਦਿਓ ਬੇਟਾ ਆਪਣੇ ਕੋਲ ਜਿਹੜੇ ਰਿਜ਼ਲਟ ਆਸਰ ਚ ਆ ਜਾਣਗੇ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਆਪਾਂ ਕੀ ਗੱਲ ਕਰ ਰਹੇ ਹਾਂ ਬੇਟਾ ਉਸ ਤੋਂ ਬਾਅਦ ਆਪਾਂ ਇਹਨੂੰ ਸਿੰਪਲੀਫਾਈ ਕਰਨ ਦੀ ਗੱਲ ਕਰਾਂਗੇ। ਸਕੁਅਰ ਰੂਟ ਵਾਲੀ ਟਰਮ ਹਮੇਸ਼ਾ ਵਨ ਸਾਈਡ ਦੇ ਉੱਪਰ ਰੱਖਣੀ ਹੈ ਬਾਕੀ ਸਾਰੀ ਦੀ ਸਾਰੀਆਂ ਟਰਮਸ ਅਦਰ ਸਾਈਡ ਦੇ ਉੱਪਰ ਲੈ ਕੇ ਜਾਵਾਂਗੇ। x divided by a minus 1 minus y square by b square sin of phi ਜਿਹੜੀ ਟਰਮਸ ਹੈਗੀ ਹੈ ਇੱਕ ਸਾਈਡ ਦੇ ਉੱਪਰ ਐਂਡ ਸਕੁਅਰ ਰੂਟ ਵਾਲੀ ਟਰਮ ਦੂਸਰੀ ਸਾਈਡ ਦੇ ਉੱਪਰ। ਠੀਕ ਹੈ। ਉਸ ਤੋਂ ਬਾਅਦ ਕੀ ਕਰਾਂਗੇ ਬੇਟਾ ਆਪਾਂ ਅਲਟੀਮੇਟਲੀ ਜਿਹੜੀ ਇਹਨੂੰ ਜਿਹੜਾ ਸੌਰਟ ਆਊਟ ਕਰਨ ਦੀ ਗੱਲ ਹੋਏਗੀ it will be equal to x by a minus sin of phi ਸੈਪਰੇਟ ਆਊਟ ਹੋ ਗਿਆ 2y square by b square sin of phi ਸੈਪਰੇਟ ਆਊਟ ਹੋ ਗਿਆ ਐਂਡ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਸਕੇਅਰਿੰਗ ਔਨ ਬੋਥ ਸਾਈਡ ਕਰਾਂਗੇ। तो स्केयरिंग ऑन बोथ साइड ਦੀ ਗੱਲ ਚੱਲੇਗੀ ਤਾਂ ਕੀ ਹੋ ਜਾਏਗਾ a square plus b square plus 2ab ਦਾ ਫਾਰਮੂਲਾ लगेगा बिकॉज दिस इज a plus b ਦਾ होल स्क्वायर ਦਾ ਫਾਰਮੂਲਾ ਹੋ ਜਾਏਗਾ। सो बोथ साइड स्केयर करोगे दिस टर्म इज a एंड दूसरी टर्म ਨੂੰ ਆਪਾਂ b मान के चलते हैं। सो a square plus b square plus 2a into b आ जाएगा। राइट हैंड साइड ਦੇ ਉੱਪਰ ਜਦੋਂ स्केयर होएगा तो स्केयर रूट ऑटोमेटिकली हट जाएगा। 4y square by b square 1 minus y square by b square corresponding cos square phi अपने को टर्म आ जाएगी। ठीक है जी। सो 1 माइनस ਉਹਦੇ ਕੋਰਸਪੋਂਡਿੰਗ ਆਪਾਂ ਇਹਨੂੰ ਸੋਲਵ ਆਊਟ ਕਰਕੇ ਦੇਖਾਂਗੇ ਬੇਟਾ ਅਲਟੀਮੇਟਲੀ ਜਿਹੜੇ sin square phi ਵਾਲੀ ਟਰਮ ਹੈ ਉਹਦੇ ਚ cos square phi ਵਾਲੀ ਟਰਮ ਜਿਹੜੀ ਹੈ ਉਹ ਆਪਾਂ ਐਡ ਅਪ ਕਰਾਂਗੇ ਬਿਕॉज ਇਹਦੇ ਵਿੱਚ 4y square by b square ਜਿਹੜਾ ਹੈ ਉਹ ਕਾਮਨ ਹੋ ਜਾਂਦਾ ਹੈ। ਬਾਕੀ ਸਾਰੇ ਦਾ ਸਾਰਾ ਪਾਰਟ ਜਿੱਥੇ ਆਪਣੇ ਕੋਲ ਮਿਕਸਿੰਗ ਅਪ ਹੁੰਦੀ ਹੈ ਜਾਂ ਕੋਈ ਟਰਮ ਕੈਂਸਲ ਹੁੰਦੀ ਹੈ ਆਪਾਂ ਕੈਂਸਲ ਕਰ ਦਾਂਗੇ।
ठीक है, ਤੁਸੀਂ ਇਹਨੂੰ ਇੱਕ ਵਾਰੀ ਪ੍ਰੈਕਟਿਸ ਕਰਕੇ ਦੇਖ ਲਿਓ, ਅਗਰ ਕੋਈ ਡਾਊਟ ਲੱਗੇਗਾ ਤਾਂ ਮੈਨੂੰ ਦੱਸ ਦੇਣਾ। ਅਲਟੀਮੇਟਲੀ ਆਪਣੇ ਕੋਲ a cos square 5 plus sin square 5 ਆਪਣੇ ਕੋਲ 1 ਆ ਜਾਏਗਾ। ਅਗਰ ਤੁਸੀਂ ਇਹਨੂੰ ਸਾਰੇ ਫੈਕਟਰਸ ਨੂੰ ਓਪਨ ਅਪ ਕਰੋਗੇ ਤਾਂ ਉਸ ਤੋਂ ਬਾਅਦ ਆਪਣੇ ਕੋਲ ਕੀ ਆਏਗਾ, ਫਸਟ ਫੈਕਟਰ ਨੂੰ ਆਪਾਂ ਓਪਨ ਅਪ ਨਹੀਂ ਕਰਾਂਗੇ ਬਿਕੋਜ਼ ਆਪਣੇ ਕੋਲ x ਹੈ, ਬਾਕੀ ਸਾਰੇ ਪਾਰਟ ਦੇ ਵਿੱਚ y ਦਿੱਤਾ ਹੋਇਆ ਹੈ। ਉਹਦੇ ਵਿੱਚ ਕੀ ਹੈ x by a ultimately x by a minus sin of phi the whole square plus 4y square by b square in the bracket y square by b square plus x by a sin of phi minus 1 is equal to 0। so अपने को ਕੀ ਆ ਗਿਆ ਬੇਟਾ, a ਜਿਹੜੀ ਇਕੁਏਸ਼ਨ ਹੋਏਗੀ it will be it will not be a simple ellipse नहीं होएगा, एक कुछ और ही बनेगा। सो इट विल बी फिगर ऑफ 8 ਦੀ corresponding आएगी, इस तरह की कोई फिगर हो सकती है या कुछ और तरह का डिजाइन होएगा। So equation represents the path described by the particle under the action of two simple harmonic motions of the period in the ratio 1:2। अगर अपना टाइम पीरियड चेंज करेगा या 1:3 होएगा या 1:4 या 2:1 हो जाएगा तो या कुछ और होएगा, ਉਹਦੇ corresponding equation अपनी different हो जाएगी, साजिश फिगर totally different बन गया। Further, it is the equation of a curve that closes on itself and has two loops। so ਇਹ ਜਿਹੜੀ ਇਕੁਏਸ਼ਨ ਹੈ ਇਹਦੇ ਵਿੱਚ ਜਿਹੜੀ ਅਗਰ ਆਪਾਂ ਬਣਾਉਣ ਦੀ ਗੱਲ ਕਰੀਏ ਤਾਂ ਇਹਦੇ ਦੋ ਲੂਪਸ ਬਣਨਗੇ ਐਂਡ ਆਪਸ ਦੇ ਵਿੱਚ ਕਲੋਜ਼ ਫਿਗਰ ਹੋਏਗੀ। ਇਹ ਨਹੀਂ ਹੋਏਗਾ ਕਿ ਵਨ ਐਂਡ ਓਪਨ ਹੈ ਤੇ ਵਨ ਐਂਡ ਕਲੋਜ਼ ਹੈ, ਬੋਥ ਸਾਈਡਸ ਓਪਨ ਹੋਣਗੇ। ਜਿਸ ਤਰ੍ਹਾਂ ਮੈਗਨੈਟਿਕ ਫੀਲਡ ਦੇ ਲੂਪਸ ਕਲੋਜ਼ ਹੁੰਦੇ ਆ ਉਸੇ ਤਰ੍ਹਾਂ ਦੇ ਲੂਪਸ ਵੀ ਕਲੋਜ਼ ਹੋਣਗੇ। ਲੈਟ ਅਸ ਐਨਾਲਾਈਜ਼ ਦੀ ਰਿਜ਼ਲਟਸ। तो सब तो पहला केस जो अपना फेज डिफरेंस 0 है, सो फाई शुड बी इक्वल टू 0, इट इज द फर्स्ट केस। अगर फाई 0 हो गया तो साइन ऑफ n फाई 0 होता है, तो उस केस में हो जाएगा बेटा साइन ऑफ फाई इज इक्वल टू 0 x square divided by a square plus y square 4y square divided by b square the corresponding y square by b square minus 1 अपने को रिजल्ट आ जाएगा। This equation represents a curve of two loops as shown in the figure। सो अपने को ਜਿਹੜੀ ਕਰਵ ਹੋਏਗੀ ਇਹ ਇਸ ਤਰ੍ਹਾਂ ਦੀ ਫਿਗਰ ਹੋਏਗੀ, ਤੁਸੀਂ ਡਿਜ਼ਾਈਨ ਕਰਕੇ ਦੇਖ ਸਕਦੇ ਹੋ ਡਿਪੈਂਡਿੰਗ ਔਨ ਯੂਰ ਰਿਕੁਆਇਰਮੈਂਟਸ। ਅਦਰਵਾਈਜ਼ ਜ਼ਿਆਦਾ ਚਮੇਲਿਸ਼ ਪੜਨ ਦੀ ਲੋੜ ਨਹੀਂ ਹੈ। ਫਿਲਹਾਲ ਦੀ ਘੜੀ ਇਹਨਾਂ ਰਿਮੈਂਬਰ ਰੱਖੋਗੇ ਇਸ ਫਿਗਰ ਦਾ ਰਿਜ਼ਲਟ ਇਸ ਦੇ ਕੋਰਸਪੋਂਡਿੰਗ ਸਾजिश ਫਿਗਰ रहेगा। अगर अपने कोल फेज डिफरेंस पाई बाय 4 आ जाता बेटा तो उस केस ਦੇ ਵਿੱਚ sin of phi ਜਿਹੜਾ ਹੈ it will be equal to 1 by root 2 ਦੇ corresponding आएगा because sin of 45 degree is equal to 1 by root 2। अगर उस चीज ਨੂੰ ਇਹਦੇ ਵਿੱਚ ਪੁੱਟ ਕਰੋਗੇ ਇਕੁਏਸ਼ਨ ਦੇ ਵਿੱਚ ਤੁਹਾਡੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਆਏਗੀ। ਅਲਟੀਮੇਟਲੀ ਤੁਹਾਡੇ ਕੋਲ ਜਿਹੜੀ ਫਿਗਰ ਹੋਏਗੀ ਉਹ ਕਲੋਜ਼ਡ ਐਂਡ ਹੋਏਗੀ ਐਂਡ ਕਲੋਜ਼ ਲੂਪ ਬਣਨਗੇ ਜਿਹੜੀ ਕਿ ਇਸ ਤਰ੍ਹਾਂ ਦੀ ਹੋਏਗੀ 1.34 ਦੇ corresponding ਆਏਗੀ। so next thing is phi is equal to pi by 2। उस केस ਦੇ ਵਿੱਚ ਕੀ ਹੋਏਗਾ, ਅਗਰ sin 90 डिग्री 1 ਹੋ ਗਿਆ ਤਾਂ ਉਹਦੇ corresponding ਆਪਣੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਆਏਗੀ, ਤਾਂ ਇਹ ਕੀ ਹੋ ਜਾਏਗਾ ਇਸ ਤਰ੍ਹਾਂ ਦੀ ਫਾਰਮ ਆਏਗੀ। ਉਸ ਤੋਂ ਬਾਅਦ ਅਗਰ 3 pi by 4 मतलब pi minus pi by 4 ਦੇ corresponding ਆ ਗਿਆ ਤਾਂ ਅਲਟੀਮੇਟਲੀ ਆਪਣੇ ਕੋਲ ਇਹ ਵਾਲੀ ਇਕੁਏਸ਼ਨ ਐਗਜ਼ਿਸਟ ਕਰੇਗੀ। ਯਾਦ ਰੱਖਣਾ ਬੇਟਾ ਅਗਰ pi by 4 ਸਿੰਪਲ ਹੈ ਤਾਂ ਇਹ ਇਕੁਏਸ਼ਨ ਜਿਹੜੀ ਹੈ ਜਿਹੜਾ ਓਪਨ ਐਂਡ ਹੈ ਓਪਨ ਸਾਈਡ ਹੈ ਉਹ ਤੁਹਾਡੀ ਲੈਫਟ ਹੈਂਡ ਸਾਈਡ ਵੱਲ ਹੋਏਗੀ। ਮਤਲਬ ਅਗਰ ਆਪਾਂ pi minus pi by 4 ਦੀ ਗੱਲ ਕਰਦੇ ਤਾਂ ਉਹਦਾ ਜਿਹੜਾ ਐਂਡ ਹੋਏਗਾ ਆਪੋਜ਼ਿਟ ਹੋ ਜਾਏਗਾ। ਸੋ ਮਿਰਰ ਇਮੇजेस ਦੇ ਵਰਗਾ ਐਗਜ਼ਿਸਟ ਕਰੇਗਾ। तो अगर पाई तो पाई के बराबर आ गया बेटा उस केस ਦੇ ਵਿੱਚ ਫਿਗਰ ਆਫ 8 ਬਣੇਗੀ। तो इस तरह ਦੀ ਤੁਹਾਡੇ ਕੋਲ ਫਿਗਰ ਇਵਾਲਵ ਹੁੰਦੀਆਂ ਰਹਿਣਗੀਆਂ। ਗ੍ਰਾਫਿਕਲ ਮੈਥਡ ਜਿਹੜਾ ਗ੍ਰਾਫਿਕਲ ਮੈਥਡ ਦੇ ਵਿੱਚ ਵੀ ਆਪਾਂ ਚੈੱਕ ਕਰ ਸਕਦੇ ਬੇਟਾ ਜਦੋਂ ਤੁਹਾਡੇ ਕੋਲ ਫੇਜ਼ ਡਿਫਰੈਂਸ 0 ਦੇ ਬਰਾਬਰ ਹੋਏਗਾ ਤਾਂ ਕੰਸੀਡਰ ਟੂ ਸਿੰਪਲ ਹਾਰਮੋਨਿਕ ਮੋਸ਼ਨ ਆਫ ਐਂਪਲੀਟਿਊਡ a ਐਂਡ b ਐਂਡ ਟਾਈਮ ਪੀਰੀਅਡ ਆਪਣੇ ਕੋਲ 1:2 ਦੀ ਕੋਰਸਪੋਂਡਿੰਗ ਦਿੱਤਾ ਹੋਇਆ। ਤਾਂ ਟਾਈਮ ਪੀਰੀਅਡ ਕੀ ਹੈ ਜਿੰਨੇ ਟਾਈਮ ਦੇ ਵਿੱਚ ਇੱਕ ਆਪਣੇ ਕੋਲ ਚੱਲ ਕੇ ਇੱਥੋਂ ਲੈ ਕੇ ਇੱਥੇ ਤੱਕ ਜਾਏਗਾ ਤਾਂ ਉਹਦੀ ਕੋਰਸਪੋਂਡਿੰਗ ਕੀ ਹੋ ਜਾਏਗਾ ਦੂਸਰੇ ਚੱਲ ਕੇ ਕੀ ਹੋ ਜਾਏਗਾ पूरे का पूरा सर्कल कंप्लीट कर लेगा। मतलब अगर आप वन हाफ सर्कल कंप्लीट करते हैं हाफ टाइम पीरियड अगर आप वन साइड तो दूसरी साइड पे जाते हैं तो दूसरा जो सिंपल हार्मोनिक मोशन होएगा कंप्लीट टाइम पीरियड अपना कवर कर लेगा। मतलब एक ज्यादा तेज होएगा एक स्लो होएगा। तो दी कॉरेस्पॉन्डिंग अपने को रिजल्ट दिखणगे। Suppose that simple harmonic motion of amplitude A is along the x-axis। ठीक है जी। So simple harmonic okay। The simple harmonic motion of amplitude A is represented by the projection of the uniform circular motion of the reference particle along the diameter parallel to x-axis, and that of amplitude B is represented by the projection of the uniform circular motion of P2 along the diameter parallel to y-axis। सो इस तरह ਤੁਹਾਡੇ ਕੋਲ ਸਰਕੂਲਰ ਮੋਸ਼ਨ ਦਿੱਤੇ ਹੋਏ ਆ ਜਿਸ ਤੁਹਾਡੇ ਕੋਲ ਮੋਸ਼ਨ ਪਾਰਟੀਕਲ ਨੰਬਰ 1 ਐਂਡ ਪਾਰਟੀਕਲ ਨੰਬਰ 2 ਦਾ ਜਿਹੜਾ ਮੋਸ਼ਨ ਦਿੱਤਾ ਹੋਇਆ ਹੈ। As the two simple harmonic motion are of different time periods, that those are in the ratio 1:2, the reference particle P1 move
moves with the angular frequency 2 omega and particle P2 moves with the angular frequency omega. So ये बड़ा particle जेड़ा particle number 1 है उसकी जेडी frequency होएगी ज़्यादा होएगी मतलब ये ज़्यादा तेज move करेगा as compared to this one. ठीक है जी. So now the phase difference between the two particles two simple harmonic motion is equal to phi is equal to 0. तो starting वो बिल्कुल same point के ऊपर ही कर लेंगे. So therefore at time t is equal to 0 reference particle p1 is at the point y prime of the circle 1 and p2 is at the point x of the circle 2. एक मिनट बेटा प्लीज होल्ड रखियो. हाँ जी बेटा. सो अपने को की है बेटा एदी जेडी फ्रीक्वेंसी होएगी 2 ओमेगा है. एदी जेडी फ्रीक्वेंसी है जेडी वो 1 ओमेगा के कॉरेस्पॉन्डिंग है. मतलब ये पार्टिकल तेज मूव करेगा ये पार्टिकल स्लोली मूव करेगा. सो एट टाइम t is equal to 0 the reference particle is at the point y prime. सो ये वाला पार्टिकल कितों स्टार्ट करेगा ये वाला पार्टिकल इस पोजीशन से स्टार्ट करेगा दैट विल बी y prime एंड ये वाला पार्टिकल जेड़ा स्टार्ट करेगा ये से करेगा 0 x पोजीशन तो दैट इज 0. सो जितों पार्टिकल स्टार्ट कर रहे हैं उस पोजीशन ਨੂੰ ਆਪਾਂ ਲਿਖਾਂਗੇ 0 ਦੇ ਕੋਰਸਪੋਂਡਿੰਗ. ਸੋ ਇਹ ਪਾਰਟੀਕਲ ਇਤੋਂ ਸਟਾਰਟ ਕੀਤਾ ਉਸ ਤੋਂ ਬਾਅਦ ਹਰ ਇੱਕ ਕੁਆਡਰੈਂਟ ਦੇ ਵਿੱਚ ਇੱਕ ਇੱਕ ਮਾਰਕ ਲਗਾਉਣਾ ਹੈ ਬੇਟਾ 0 1 2 3 4 5 6 7 ਐਂਡ ਦੁਬਾਰਾ 8 ਆ ਜਾਏਗਾ. ਹੁਣ ਯਾਦ ਰੱਖਿਓ ਬੇਟਾ ਇਹ ਪਾਰਟੀਕਲ ਜਿੰਨੇ ਟਾਈਮ ਦੇ ਵਿੱਚ ਇਹ ਪਾਰਟੀਕਲ ਇੱਥੋਂ ਲੈ ਕੇ ਇੱਥੇ ਤੱਕ ਜਾਏਗਾ ਅਲਟੀਮੇਟਲੀ ਇਹ ਵਾਲਾ ਪਾਰਟੀਕਲ ਪੂਰੇ ਦਾ ਪੂਰਾ ਕੁਆਡਰੈਂਟ ਮੂਵ ਕਰ ਜਾਏਗਾ. ਸੋ ਇਹਦੇ ਵਿੱਚ ਕੀ ਹੋ ਜਾਏਗਾ ਬੇਟਾ 0 1 2 3 ਐਂਡ 4 5 6 7 एंड 8 मतलब जिन्ने टाइम दे विच ए वाला पार्टिकल एक सर्कल कंप्लीट करेगा तो उन्ने टाइम दे विच ए पार्टिकल दो सर्कल कंप्लीट कर लेगा बिकॉज़ इसकी फ्रीक्वेंसी डबल है. ठीक है जी. इस तरह लिखा जाएगा. तो ਤੁਸੀਂ ਇਹ ਚੈੱਕ ਕਰ ਸਕਦੇ ਹੋ ਬੇਟਾ ਜਿੱਥੇ ਇਹਦਾ 2 ਮੈਚ ਹੁੰਦਾ ਹੈ ਇਹਦਾ 2 ਮੈਚ ਹੋਏਗਾ ਉਸ ਤੁਸੀਂ ਪੁਆਇੰਟ ਲਗਾ ਦੇਣੇ. ਸੋ ਜਿੱਥੇ ਇਹਦਾ 0 ਆ ਗਿਆ ਸੋ 0 ਦੇ ਕੋਰਸਪੋਂਡਿੰਗ ਕੀ ਡਾਟਡ ਲਾਈਨ ਲਗਾ ਦਿਓ. ਜਿੱਥੇ ਇਹਦੀ 0 ਹੈ ਉਹਦੇ ਕੋਰਸਪੋਂਡਿੰਗ ਡਾਟਡ ਲਾਈਨ ਲਗਾ ਦਿਓ तो ਉਹਦੇ ਕੋਰਸਪੋਂਡਿੰਗ ਤੁਸੀਂ ਇਹਨੂੰ ਕ੍ਰਾਸ ਕਰ ਲਓ मतलब ਸਟਾਰ ਲਗਾ ਲਓ मतलब ਇਹ ਵਾਲਾ ਤੁਹਾਡਾ ਲੈਟਿਸ ਪੁਆਇੰਟ ਹੋ ਗਿਆ. ਉਸ ਤੋਂ ਬਾਅਦ ਜਿੱਥੇ 1 ਆ ਗਿਆ 1 ਦੇ ਕੋਰਸਪੋਂਡਿੰਗ ਇਹਦਾ 1 ਐਂਡ ਦੂਸਰੇ ਦਾ 1 ਜਿਹੜਾ ਹੋਏਗਾ ਇਸ ਕੋਈ ਦੇ ਕੋਰਸਪੋਂਡਿੰਗ 1 ਵਾਲੀ ਲਾਈਨ ਜਿਹੜੀ ਸਿੱਧੀ ਹੋ ਗਈ ਇਹਦੇ ਕੋਰਸਪੋਂਡਿੰਗ 1 ਵਾਲੀ ਲਾਈਨ ਜਿੱਥੇ ਮੈਚ ਕਰਦੀ ਹੈ ਉਹ ਵਾਲਾ ਤੁਸੀਂ ਲੈਟਿਸ ਪੁਆਇੰਟ ਲੈ ਲਓ. ਉਹਦੇ ਬਾਅਦ ਕੀ ਹੈ ਜਿੱਥੇ 2 ਵਾਲਾ ਪੁਆਇੰਟ ਆਉਂਦਾ ਹੈ 2 ਦੇ ਕੋਰਸਪੋਂਡਿੰਗ ਇਹ 2 ਵਾਲਾ ਪੁਆਇੰਟ ਇੱਥੇ ਆਉਂਦਾ ਇਸ ਕਰਕੇ 2 ਨੂੰ ਮਾਰਕ ਕਰ ਲਿਆ ਬੇਟਾ. ਉਹਦੀ ਸਿਮਿਲਰਲੀ ਇਹਦਾ 3 ਐਂਡ ਇਹਦਾ ਜਿਹੜਾ 3 ਹੈ ਉਹਨੂੰ ਮਾਰਕ ਕਰ ਲਿਆ. ਐਂਡ ਅਲਟੀਮੇਟਲੀ ਤੁਸੀਂ ਸਾਰੇ ਲੈਟਿਸ ਪੁਆਇੰਟ ਮਾਰਕ ਕਰੋਗੇ ਤਾਂ ਤੁਹਾਡੇ ਕੋਲ ਫਿਗਰ 8 ਬਣੇਗੀ ਬੇਟਾ. ਠੀਕ ਹੈ ਜੀ. ਸੋ ਇਹ ਫੇਜ਼ ਡਿਫਰੈਂਸ 0 ਸੀਗਾ ਬੇਟਾ. ਸੋ ਉਸ ਤੋਂ ਬਾਅਦ ਅਗਰ ਆਪਾਂ ਵੈਰ ਫੇਜ਼ ਡਿਫਰੈਂਸ ਇਜ਼ ਇਕੁਅਲ ਟੂ ਪਾਈ ਬਾਈ 4 अगर पाई बाय 4 का फेज डिफरेंस आ जाता है तो एक मतलब की हो गया बेटा ये वाला पार्टिकल इतो स्टार्ट नहीं होएगा मतलब इस जगह तो स्टार्ट होएगा लेकिन आ वाला पार्टिकल 0 से स्टार्ट होएगा तो उसके कोरेस्पोंडिंग यदि 0 इतो स्टार्ट होएगी सो 0 1 2 3 and 4 again 5 and 6 and 7 and so on एक दा कोरेस्पोंडिंग की होएगा 0 1 2 3 4 5 6 7 8 मतलब एक ये स्लो व्हील चलेगा ये बहुत तेज व्हील चलेगा दी कोरेस्पोंडिंग अगर ਆਪਾਂ पॉइंट्स ਨੂੰ ਮੈਚ ਕਰਨ ਦੀ ਗੱਲ ਕਰਾਂਗੇ ਤਾਂ ਇਸ ਤਰ੍ਹਾਂ ਦੀ बनाना टाइप शेप आ जाएगी. ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਪਾਈ ਬਾਈ 2 ਫਿਗਰ ਹੈ ਪਾਈ ਬਾਈ 2 ਸੌਰੀ ਫੇਜ਼ ਡਿਫਰੈਂਸ ਪਾਈ ਇਜ਼ ਇਕੁਅਲ ਟੂ ਪਾਈ ਬਾਈ 2 ਹੈ ਉਹਦੇ ਕੋਰਸਪੋਂਡਿੰਗ ਅਗਰ ਆਪਾਂ ਫਿਗਰ ਬਣਾਉਣ ਦੀ ਕੋਸ਼ਿਸ਼ ਕਰੀਏ ਮਤਲਬ ਅਗਰ ਪਹਿਲਾਂ ਇਹ ਕਿਤੋਂ ਸਟਾਰਟ ਹੋ ਰਿਹਾ ਸੀ ਇੱਥੋਂ ਐਂਡ ਇਹ ਵਾਲਾ ਪਾਰਟੀਕਲ ਕਿਤੋਂ ਸਟਾਰਟ ਹੋ ਰਿਹਾ ਸੀ ਇਸ ਪੋਜੀਸ਼ਨ ਤੋਂ. ਹੁਣ ਦੋਨਾਂ ਦੇ ਵਿਚਕਾਰ ਫੇਜ਼ ਡਿਫਰੈਂਸ ਕਿੰਨਾ ਹੋ ਗਿਆ ਪਾਈ ਬਾਈ 2 ਸੋ ਪੂਰੇ ਦਾ ਪੂਰਾ ਕੁਆਡਰੈਂਟ ਹੀ ਅੱਗੇ ਜਾਣਾ ਪਏਗਾ ਆਪਾਂ ਨੂੰ. ਸੋ ਇਹ ਦੀ 0 ਕਿੱਥੇ ਆ ਗਈ ਬੇਟਾ ਇਸ ਪੋਜੀਸ਼ਨ ਤੇ. ਸੋ ਇਸ ਤੋਂ ਬਾਅਦ 0 1 2 3 4 5 6 7 and 8 सो ये की करेगा पूरे का पूरा सर्कल मूव कर जाएगा एंड ये बहुत स्लो मूव करेगा. सो अगर इनको ਤੁਸੀਂ ਕਲੱਬ ਕਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੀ ਲੈਟਿਸ ਪੁਆਇੰਟ ਮੈਚ ਕਰੋਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਫਿਗਰ ਬਣੇਗੀ. ਠੀਕ ਹੈ. ਸੋ ਇਸ ਤਰ੍ਹਾਂ ਦੇ ਬਾਕੀ ਸਾਰੇ ਤੁਸੀਂ ਫਿਗਰ ਜਨਰੇਟ ਕਰ ਸਕਦੇ ਹੋ ਬੇਟਾ. ਸੋ ਅਲਟੀਮੇਟਲੀ ਤੁਹਾਡੇ ਕੋਲ ਜਿਹੜੀ ਹੈ 1:2 ਦੇ ਫਿਗਰਸ ਬਣੀ ਹੈ ਉਹ ਨਾ ਤਾਂ ਤੁਹਾਡੇ ਕੋਲ ਲਿਪਸ ਐਗਜ਼ੈਕਟਲੀ ਨਾ ਹੀ ਤੁਹਾਡੇ ਕੋਲ ਸਰਕਲ ਹੈ ਇਸ ਕਰਕੇ ਇਹਨੇ ਫਿਗਰਸ ਅਲੱਗ-ਅਲੱਗ ਬਣਨਗੀਆਂ. ਸੋ ਇਹ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ 1:1 ਅਗਰ ਪੁੱਛਿਆ ਜਾਂਦਾ ਹੈ ਤਾਂ ਜਿਹੜੀ ਉਹਦਾ ਟ੍ਰੀਟਮੈਂਟ ਅਲੱਗ ਹੈ ਅਗਰ 1:2 ਪੁੱਛਿਆ ਜਾਂਦਾ ਹੈ ਉਹਦਾ ਟ੍ਰੀਟਮੈਂਟ ਅਲੱਗ ਹੈ. ਐਨਾਲਿਟੀਕਲ ਮੈਥਡ ਵੱਖਰਾ ਹੈ ਬੇਟਾ ਉਹਦੇ ਕੋਰਸਪੋਂਡਿੰਗ ਗ੍ਰਾਫਿਕਲ ਮੈਥਡ ਵੱਖਰਾ ਹੈ ਬੇਟਾ. ठीक है जी. तो अगर तुम एनालिटिकल मेथड पूछे जाता है तो एनालिटिकल मेथड ही डिस्कस करना है. अगर तुम ग्राफिकल मेथड पूछे जाता है तो ग्राफिकल डिस्कस करना है. अगर बोथ पूछे जाते हैं ਜਾਂ ਤੁਸੀਂ ਦੋਨੋਂ ਹੀ डिस्कस कर रहे हो.
ठीक है बेटा। सो ਇਹਦੇ ਨਾਲ ਇਹ ਵਾਲਾ ਚੈਪਟਰ ਆਪਣਾ ਕੰਪਲੀਟ ਹੋ ਜਾਂਦਾ ਹੈ। ਇਹਦੇ ਸ਼ਾਰਟ ਆਨਸਰ ਟਾਈਪ ਕੁਐਸਚਨ ਦਿੱਤੇ ਹੋਏ ਆ, ਤੁਸੀਂ ਇਹਨਾਂ ਨੂੰ ਇੱਕ ਵਾਰੀ ਸਟੱਡੀ ਕਰ ਲਿਓ। ਅਗਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਅਦਰਵਾਈਜ਼ ਮੇਰੇ ਸਾਰੇ ਲੈਕਚਰ ਬੇਟਾ YouTube ਦੇ ਉੱਪਰ ਅਵੇਲੇਬਲ ਹੈ, ਤੁਸੀਂ ਆਪਣਾ ਲੈਕਚਰ ਵਗੈਰਾ ਉੱਥੋਂ ਦੇਖ ਸਕਦੇ ਹੋ ਅਗਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਲੱਗਦੀ। ਠੀਕ ਹੈ ਜੀ। ਸੋ ਥੈਂਕ ਯੂ ਵੈਰੀ ਮਚ। ਐਨੀ ਡਾਊਟਸ, ਐਨੀ ਕੁਐਸਚਨ?